गुरु साहिब जीओ। तुमरे गुण क्या कहाँ मेरे सतगुरा, जब गुर बोले हैं तब विषम होए जाए। हम जैसे अपराधी अवर कोई राखे, जैसे हम सतगुरु राख लिए छड़ाए। तू गुर पिता तू है गुर माता, तू गुर बंदप सखा सखाए। बेशुमार अथाह आगंत अतुल्य, ज्यों बुलाओ त्यों नानक दास बोले। सतनाम श्री वाहिगुरु जी। पैरो महला पंजवा। संत मंडल में है हार मान वसै। संत मंडल में है दुर्त सब नसै। संत मंडल में है निर्मल रीत। संत संग होए एक परीत। संत मंडल में है हार मान बसै। संत मंडल में है दुर्त सब नसै। संत मंडल में है निर्मल रीत। संत संग होए एक परीत। वाहिगुरु जी का खालसा वाहिगुरु जी की फतेह। परम सन्मानयोग जुगो जुग अटल तख्त चबर छतर के मालिक सतगुरु श्री गुरु ग्रंथ साहिब महाराज पातशाह जी की पावन पवित्र हजूरी अंदर मेरी पीरी के मालिक सतगुरु श्री गुरु हरगोबिंद साहिब महाराज जी के पावन पवित्र अस्थान
ਗੁਰਦੁਆਰਾ ਸ਼੍ਰੀ ਬੌਲੀ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਸਤਿਗੁਰ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਕੇ ਜੀਵਨ ਆਪ ਜੀ ਸਫਲਾ ਕਰ ਰਹੇ ਹੋ। ਸਤਿਗੁਰ ਮਹਾਰਾਜ ਜੀ ਨੇ ਸਮਾਂ ਬਖਸ਼ਿਸ਼ ਕੀਤਾ ਹੈ। ਬਾਣੀ ਦੀ ਲੜੀਵਾਰ ਵਿਚਾਰ ਆਪ ਸੰਗਤ ਨਿੱਤਾ ਪ੍ਰਤੀ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਸਰਵਣ ਕਰਦੇ ਹੋ ਤੇ ਲਾਹਾ ਪ੍ਰਾਪਤ ਕਰਦੇ ਹੋ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਭੈਰੋ ਰਾਗ ਦੇ ਅੰਦਰ ਇਹ ਪਾਵਨ ਸ਼ਬਦ ਆਰੰਭਲੀਆਂ ਪੰਕਤੀਆਂ ਆਪ ਜੀ ਨੇ ਸਰਵਣ ਕੀਤੀਆਂ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 1146 ਦੇ ਉੱਪਰ ਇਹ ਪਾਵਨ ਬਚਨ ਜਿਹੜੇ ਹਨ ਉਹ ਸਤਿਗੁਰ ਮਹਾਰਾਜ ਜੀ ਨੇ ਦਰਜ ਕੀਤੇ ਨੇ। ਸਤਿਗੁਰ ਮਹਾਰਾਜ ਪਾਤਸ਼ਾਹ ਬਖਸ਼ਿਸ਼ ਕਰਨ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਕੇਵਲ ਸਤਿਗੁਰ ਮਹਾਰਾਜ ਜੀ ਦੀ ਹਜ਼ੂਰੀ ਸਰੀਰ ਕਰਕੇ ਹੀ ਨਾ ਮਾਨੀਏ, ਮਨ ਕਰਕੇ ਵੀ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਦਾ ਦਰਸ਼ਨ ਉਪਦੇਸ਼ ਗ੍ਰਹਿਣ ਕਰ ਸਕੀਏ। ਮਨ ਕਰਕੇ ਹਾਜ਼ਰ ਹੋਈਏ। ਸਤਿਗੁਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਓ, ਲਵਾਓ ਹਾਜ਼ਰੀ। ਅਦਬ ਪਿਆਰ ਸਤਿਕਾਰ ਦੇ ਨਾਲ ਉਚਾਰਨ ਕਰੋ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਕਰੋ ਜੀ ਕਿਰਪਾ, ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਬਾਣੀ ਦੇ ਅੰਦਰ ਸਤਿਗੁਰ ਮਹਾਰਾਜ ਨੇ ਸੰਗਤ ਦੀ ਬੜੀ ਮਹਾਨਤਾ ਦਿੱਤੀ ਹੈ ਤੇ ਮਹਾਰਾਜ ਕਹਿੰਦੇ ਨੇ ਕਿ ਸੰਗਤ ਜਿਹੜਾ ਕਰਦਾ ਹੈ, ਸਤਿਗੁਰ ਮਹਾਰਾਜ ਕਹਿੰਦੇ ਨੇ ਉਹਦਾ ਜੀਵਨ ਨਿਸ਼ਚੇ ਹੀ ਸਫਲ ਹੋ ਜਾਂਦਾ ਹੈ। ਜੀਵਨ ਸਫਲ ਕਰਨ ਦਾ ਇੱਕ ਢੰਗ ਦੱਸਿਆ ਮਹਾਰਾਜ ਜੀ ਨੇ। ਸਤਿਗੁਰ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਸੰਗਤ ਕਰੋ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਬਚਨ ਨੇ। ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕ ਪੜ੍ਹਦੇ ਆ। ਕਬੀਰ ਨ੍ਰਿਪ ਨਾਰੀ ਕਿਉਂ ਨਿੰਦੀਏ, ਕਿਉਂ ਹਰ ਚੇਰੀ ਕੋ ਮਾਨ। ਨ੍ਰਿਪ ਨਾਰੀ ਦੇ ਅਰਥ ਹੁੰਦੇ ਨੇ, ਨ੍ਰਿਪ ਕਹਿੰਦੇ ਨੇ ਰਾਜੇ ਨੂੰ, ਤੇ ਨ੍ਰਿਪ ਨਾਰੀ ਦੇ ਅਰਥ ਨੇ ਰਾਜੇ ਦੀ ਘਰਵਾਲੀ ਰਾਣੀ ਦੀ ਕਿਉਂ ਨਿੰਦਿਆ ਕਰ ਰਹੇ ਹੋ। ਨ੍ਰਿਪ ਨਾਰੀ ਕਿਉਂ ਨਿੰਦੀਐ, ਕਿਉਂ ਹਰ ਚੇਰੀ ਕੋ ਮਾਨ। ਹਰ ਚੇਰੀ ਦੀ ਇੱਥੇ ਅਰਥ ਨੇ ਕਿ ਜਿਹੜੇ ਤਾਂ ਰੱਬ ਨੂੰ ਧਿਆਉਣ ਵਾਲੇ ਨੇ, ਜਿਹੜੇ ਮਾਲਕ ਨੂੰ ਮੰਨਣ ਵਾਲੇ ਨੇ, ਸਤਿਪੁਰਖ ਨੇ, ਸੰਤ ਮਹਾਂਪੁਰਸ਼ ਨੇ, ਸੰਤ ਮੰਡਲ ਹੈ, ਸਤ ਸੰਗਤ ਕਰਨ ਵਾਲੇ ਨੇ, ਉਹਨਾਂ ਦੀ ਸੇਵਾ ਕਰਨ ਵਾਲੇ, ਉਹਨਾਂ ਦੀ ਸੰਗਤ ਕਰਨ ਵਾਲਿਆਂ ਨੂੰ ਮਾਨ ਕਿਉਂ ਪ੍ਰਾਪਤ ਹੈ। ਔਰ ਜਦ ਕਿ ਸਤਿਗੁਰ ਮਹਾਰਾਜ ਕਹਿੰਦੇ ਨੇ ਪਾਵਨ ਬਾਣੀ ਦੇ ਵਿੱਚ ਕਿ ਦਾਨਮ ਪਰਾਪੂਰ ਬੇਨ ਪੁਚੰਤੇ ਮਾਹੀਪਤੇ। ਰਾਜ ਮਿਲ ਜਾਣਾ, ਰਾਜ ਦੇ ਸੁੱਖ ਮਿਲ ਜਾਣੇ, ਇਹ ਐਵੇਂ ਹੈ ਕਿ ਪਿਛਲਾ ਜਿਹੜਾ ਦਾਨ ਪੁੰਨ ਹੈ ਉਹ ਬਹੁਤ ਜ਼ਿਆਦਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਇਹ ਤਾਂ ਰੱਬ ਦੇ ਘਰ ਦੀ ਮਰਿਆਦਾ ਹੈ ਕਿ ਇੱਥੇ ਜੋ ਕੁਝ ਬੀਜਦੇ ਹੋ ਉਹੀ ਕੁਝ ਪੁੰਗਰ ਖਵਾਉਂਦਾ ਹੈ, ਉਹੀ ਕੁਝ ਉੱਗ ਖਵਾਉਂਦਾ ਹੈ। ਤੇ ਜੋ ਉੱਗਿਆ ਹੈ ਉਹਦੇ ਜਿਹੜੇ ਫਲ ਨੇ ਉਹ ਦੁੱਖ ਜਾਂ ਸੁੱਖ ਹੋਣਗੇ। ਜੇ ਸ਼ੁਭ ਕਰਮ ਹੋਣਗੇ ਤਾਂ ਸੁੱਖ ਲੱਗਣਗੇ, ਜੇ ਪਾਪ ਕਰਮ ਹੋਣਗੇ ਤੇ ਉਹਨਾਂ ਦੇ ਵਿੱਚੋਂ ਦੁੱਖ ਪ੍ਰਤੀਤ ਹੁੰਦਾ ਹੈ। ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਰਾਜ ਭਾਗ ਮਿਲਣਾ, ਰਾਜ ਸੁੱਖ ਮਿਲਣੇ, ਧਨ ਦੌਲਤ ਦੇ ਸੁੱਖ ਮੰਨਣੇ, ਇਹ ਇਸ ਤਰ੍ਹਾਂ ਹੈ ਕਿ ਪਿਛਲੇ ਦਾਨ ਪੁੰਨ ਬਹੁਤ ਸਾਰੇ ਨੇ। ਤੇ ਕਬੀਰ ਸਾਹਿਬ ਜੀ ਨੂੰ ਪੁੱਛਦੇ ਨੇ, ਕਬੀਰ ਜੀ ਤੁਸੀਂ ਜਿਹੜੀ ਸੇਵਕਾ ਇਹ ਜਿਹੜੀ ਸੰਤਾਂ ਦੇ ਦਰ ਦੇ ਉੱਪਰ ਮਹਾਂਪੁਰਖਾਂ ਦੇ ਸਤਿਪੁਰਖਾਂ ਦੇ ਕੋਲ ਟਹਿਲ ਪਾਣੀ ਸੰਗਤ ਦੀ ਸੇਵਾ ਕਰਦੀ ਏ, ਪਾਣੀ ਭਰਨ ਦੀ ਸੇਵਾ ਕਰਦੀ ਏ, ਤੁਸੀਂ ਉਹਨੂੰ ਮਹਾਨਤਾ ਦੇਈ ਜਾਂਦੇ ਹੋ, ਜਦ ਕਿ ਰਾਜ ਘਰਾਣੇ ਦੇ ਵਿੱਚ ਰਹਿਣਾ, ਰਾਣੀ ਬਣ ਜਾਣਾ, ਹੀਰੇ ਜਵਾਹਰਾਤ ਪਹਿਨਣੇ, ਕੀਮਤੀ ਵਸਤਰ ਪਹਿਨਣੇ, ਇਹ ਵੀ ਪਿਛਲੇ ਦਾਨ ਪੁੰਨ ਕਰਕੇ ਉਹਨੂੰ ਕਿਉਂ ਨਿੰਦਦੇ ਹੋ। ਨ੍ਰਿਪ ਨਾਰੀ ਕਿਉਂ ਨਿੰਦੀ ਹੈ, ਕਿਉਂ ਹਰ ਚੇਰੀ ਕੋ ਮਾਨ, ਕਿਉਂ ਮਾਨ ਕਿਉਂ ਦੇ ਰਹੇ ਹੋ।
ਚੇਰੀ ਨੂੰ ਕਿਉਂ ਮਾਣ ਦਿੰਦੇ ਹੋ? ਭਗਤ ਸਾਹਿਬ ਜੀ ਉੱਤਰ ਦਿੰਦੇ ਆ, ਕਹਿਣ ਲੱਗੇ ਉਹ ਮਾਂਗ ਸਵਾਰੇ ਵਿਖੇ ਕੋ। ਨਿਰਪ ਨਾਰੀ ਜਿਹੜੀ ਹੈ ਉਹ ਜੇ ਆਪਣਾ ਸ਼ਿੰਗਾਰ ਕਰਦੀ ਏ, ਮਾਂਗ ਦੇ ਵਿੱਚ ਸੰਧੂਰ ਪਾਉਂਦੀ ਪਈ ਆ, ਤੇ ਕਹਿੰਦੇ ਨੇ ਉਹਦੇ ਮਨ ਦੇ ਵਿੱਚ ਵਿਖਿਆ ਦਾ ਰਸ ਹੈ। ਮਾਂਗ ਸਵਾਰੇ ਵਿਖੇ ਕੋ, ਕਹਿੰਦੇ ਉਹਦਾ ਮਾਂਗ ਨੂੰ ਸਵਾਰਨਾ, ਉਹਦਾ ਹਾਰ ਸ਼ਿੰਗਾਰ ਕਰਨਾ, ਉਹਦੇ ਵਿੱਚੋਂ ਵਾਸਨਾਵਾਂ ਪੈਦਾ ਹੁੰਦੀਆਂ ਪਈਆਂ ਨੇ। ਤੇ ਕਹਿੰਦੇ ਨੇ ਹਰ ਚੇਰੀ ਕੋ ਮਾਨ ਕਿਉਂ ਹੈ? ਤੇ ਕਹਿਣ ਲੱਗੇ ਉਹ ਹਰ ਚੇਰੀ ਜਿਹੜੀ ਹੈ ਉਹ ਸੇਵਾ ਕਰਦੀ ਹੈ, ਤੇ ਸੰਤਾਂ ਦੀ ਟਹਿਲ ਕਰਨ ਕਰਕੇ, ਉਹਨਾਂ ਦੀ ਸੰਗਤ ਕਰਨ ਕਰਕੇ ਉਹਨੂੰ ਮਾਨ ਹੈ। ਉਹ ਮਾਂਗ ਸਵਾਰੇ ਵਿਖੇ ਕੋ, ਉਹ ਸਿਮਰੇ ਹਰ ਨਾਮ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਅੱਜ ਕਿਰਪਾ ਕੀਤੀ। ਭੈਰੋ ਮਹੱਲਾ ਪੰਜਵਾਂ। ਸੰਤ ਮੰਡਲ ਮਹਿ ਹਾਰ ਮਨ ਵਸੈ। ਵਿਦਵਾਨ ਪੁਰਸ਼ ਜਦੋਂ ਸੰਪਰਦਾਇ ਦੇ ਅਰਥ ਕਰਦੇ ਨੇ, ਕਹਿੰਦੇ ਨੇ ਇੱਕ ਹੁੰਦੀ ਹੈ ਮੰਡਲੀ। ਮੰਡਲੀ ਕਹਿੰਦੇ ਨੇ ਛੋਟੇ ਇਕੱਠ ਨੂੰ, ਜਿੱਥੇ ਇੱਕ ਸੰਤ ਮਹਾਂਪੁਰਖ ਬੈਠਾ ਹੋਵੇ, ਕੁਝ ਸੰਗਤ ਬੈਠੀ ਹੋਵੇ, ਉਹਨੂੰ ਕਹਿ ਦਿੰਦੇ ਨੇ ਇਹ ਮੰਡਲੀ ਹੈ, ਸੰਤ ਮੰਡਲੀ ਹੈ। ਮੰਡਲ ਕਹਿੰਦੇ ਨੇ ਜਿੱਥੇ ਬਹੁਤਾ ਵੱਡਾ ਇਕੱਠ ਹੋਵੇ, ਜਿੱਥੇ ਬਹੁਤ ਸਾਰੇ ਸੰਤ ਬੈਠੇ ਹੋਣ, ਸੰਤਾਂ ਦਾ ਇਕੱਠ ਹੋਵੇ। ਕਹਿਣ ਲੱਗੇ ਸੰਤ ਮੰਡਲ ਮਹਿ ਹਰ ਮਨ ਵਸੇ। ਹੁਣ ਦੇਖੋ, ਇੱਕ ਸੰਤ ਹੋਵੇਗਾ ਤੇ ਉਹ ਵੀ ਨਾਮ ਜੋੜ ਦਿੰਦਾ ਹੈ, ਨਾਮ ਦੀ ਗੱਲ ਕਰਦਾ ਹੈ, ਨਾਮ ਜਪਾਉਂਦਾ ਹੈ। ਤੇ ਜਿੱਥੇ ਬਹੁਤ ਸਾਰੇ ਸੰਤ ਹੋਵਣ, ਇਕੱਠੇ ਹੋਏ ਹੋਵਣ, ਤੇ ਉੱਥੇ ਫਿਰ ਰੱਬ ਦੀ ਗੱਲ ਹੀ ਚੱਲਦੀ ਹੈ, ਦੁਨਿਆਵੀ ਗੱਲ ਕੋਈ ਨਹੀਂ ਚੱਲਦੀ। ਅੰਮ੍ਰਿਤਸਰ ਦੇ ਅੰਦਰ ਇੱਕ ਨਾ ਮੰਡਲ, ਸੰਤ ਮੰਡਲ ਵੱਲੋਂ ਇੱਕ ਪ੍ਰੋਗਰਾਮ ਕੀਤਾ ਜਾਂਦਾ ਸੀ ਹਰ ਸਾਲ। ਬੜੇ ਬੜੇ ਉਹਦੇ ਵਿੱਚ ਵਿਦਾਂਤ ਦੇ ਆਚਾਰੀਆ ਆਉਂਦੇ ਨੇ। ਉਹ ਪ੍ਰੋਗਰਾਮ ਇਸ ਤਰ੍ਹਾਂ ਹੁੰਦਾ ਸੀ ਕਿ ਉਹਦੇ 'ਚ ਵਿਦਾਂਤ ਦੇ ਆਚਾਰੀਆ, ਸਨਾਤਨ ਦੇ ਮਤ ਦੇ ਆਚਾਰੀਆ, ਜਿਹੜੇ ਮਹਾਂਪੁਰਖ ਸੰਤ ਹੁੰਦੇ ਸੀ, ਉਹਨਾਂ ਨੇ ਆਉਣਾ। ਤੇ ਉਹ ਜਿੰਨੇ ਦਿਨ ਵੀ ਸਮਾਗਮ ਚੱਲਣਾ, ਉਨੇ ਦਿਨ ਕਥਾ ਹੀ ਹੋਣੀ। ਉਹਦੇ ਵਿੱਚ ਕਥਾ ਤੋਂ ਭਾਵ ਇਹ ਸੀ ਕਿ ਜਿੰਨੇ ਉੱਥੇ ਮਹਾਂਪੁਰਖ ਆਉਣੇ, ਉਹਨਾਂ ਨੇ ਫਿਰ ਆਪਣੀ ਜ਼ਿੰਦਗੀ ਦੇ ਤਜਰਬੇ ਦੱਸਣੇ ਕਿ ਮੈਂ ਜ਼ਿੰਦਗੀ ਦੇ ਵਿੱਚ ਮੈਂ ਨਾਮ ਜਦੋਂ ਜਪਦਾ ਸੀ, ਇਸ ਤਰ੍ਹਾਂ ਅਭਿਆਸ ਕੀਤਾ ਤੇ ਮੈਨੂੰ ਆਹ ਕੁਝ ਪ੍ਰਾਪਤ ਹੋਇਆ, ਇਸ ਤਰ੍ਹਾਂ ਦਾ ਮਹਿਸੂਸ ਹੋਣ ਲੱਗ ਪਿਆ। ਤੇ ਫਿਰ ਉਹਨੇ ਇਕੱਲੀ ਕਥਾ ਕਰਕੇ ਚਲੇ ਨਹੀਂ ਜਾਣਾ। ਅੱਜ ਕੱਲ੍ਹ ਤਾਂ ਕਈ ਵਾਰੀ ਇਸ ਤਰ੍ਹਾਂ ਹੁੰਦਾ ਨਾ, ਇੱਕ ਕਥਾ ਕਰਦਾ ਤੇ ਦੂਸਰਾ ਕੱਟ ਦਿੰਦਾ, ਨਹੀਂ ਜੀ ਇਹਨੇ ਆਹ ਕਿਉਂ ਕਹਿ ਦਿੱਤਾ, ਇਹਦਾ ਆਹ ਨਹੀਂ, ਆਹ ਮਤਲਬ ਹੋਣਾ ਸੀ। ਉੱਥੇ ਅਸਲ 'ਚ ਗੁਣ ਲੈਣ ਦੀ ਭਾਵਨਾ ਹੁੰਦੀ ਆ। ਔਰ ਜਿਹਨੇ ਕਥਾ ਕਰਨੀ ਉਹ ਵੀ ਫਿਰ ਬੈਠ ਜਾਂਦਾ ਹੈ ਕਿ ਮੈਂ ਹੁਣ, ਹੋ ਸਕਦਾ ਹੈ ਕਿ ਮੇਰੇ ਤੋਂ ਮਨ ਬਿਰਤੀ ਇਹਦੀ ਉੱਚੀ ਹੋਵੇ, ਉਤਲੀ ਅਵਸਥਾ ਹੋਵੇ, ਜਿਹਨੇ ਹੁਣ ਕਥਾ ਕਰਨੀ, ਫਿਰ ਦੂਸਰਾ ਵੀ ਬੈਠ ਕੇ ਉੱਥੇ ਸੁਣਦਾ ਸੀ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਸੰਤ ਮੰਡਲ ਮਹਿ ਹਰ ਮਨ ਵਸੇ। ਹੁਣ ਜਿੱਥੇ ਇੱਕੋ ਹੀ ਚੀਜ਼ ਪਰੋਸੀ ਜਾਂਦੀ ਹੋਵੇ ਤੇ ਉਹੀ ਖਾਂਦਾ ਹੈ ਨਾ ਬੰਦਾ। ਜਿੱਥੇ ਮੰਨ ਲਓ ਕੋਈ ਦਾਲ ਫੁਲਕਾ ਹੀ ਵਰਤਾਇਆ ਜਾ ਰਿਹਾ, ਤੇ ਹੁਣ ਉੱਥੇ ਦਾਲ ਫੁਲਕਾ ਹੀ ਮਿਲੇਗਾ, ਉੱਥੇ ਹੁਣ ਹੋਰ ਕੋਈ ਵਸਤੂ ਥੋੜ੍ਹੀ ਮਿਲੇਗੀ। ਇਸ ਕਰਕੇ ਜਿੱਥੇ ਸ੍ਰੇਸ਼ਟ ਚੀਜ਼ ਕੋਈ ਵਰਤਾਈ ਜਾ ਰਹੀ ਹੈ, ਜਿੱਥੇ ਨਾਮ ਦਾ ਵਰਤਾਵਾ ਚੱਲਦਾ ਪਿਆ ਹੈ, ਫਿਰ ਉੱਥੇ ਦੁਨਿਆਵੀ ਰਸ ਕਸ ਨਹੀਂ ਮਿਲਦੇ, ਉੱਥੇ ਫਿਰ ਰੱਬ ਦੇ ਘਰ ਦੀ ਹੀ ਗੱਲ ਹੋਈ ਜਾ ਰਹੀ ਹੁੰਦੀ ਆ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਕਹਿੰਦੇ ਨੇ ਸੰਤ ਮੰਡਲ ਮਹਿ ਦੁਰਤ ਸਭ ਨਸੈ। ਦੁਰਤ ਕਹਿੰਦੇ ਆ ਪਾਪ ਨੂੰ। ਕਹਿੰਦੇ ਨੇ ਜਦੋਂ ਅਸੀਂ ਪਾਪਾਂ ਦੀ ਪੰਡ ਵੀ ਸਾਡੇ ਸਿਰ 'ਤੇ ਹੋਵੇ ਨਾ, ਅਸੀਂ ਸੰਗਤ ਵਿੱਚ ਬੈਠ ਜਾਈਏ, ਨਾਮ ਜਪਣ ਵਾਲਿਆਂ ਕੋਲ ਬੈਠੀਏ, ਨਿਤਾ ਪ੍ਰਤੀ ਆਇਆ ਕਰੀਏ, ਕਹਿੰਦੇ ਨੇ ਫਿਰ ਸਾਡੇ ਪਾਪ ਸਾਡੇ ਕੋਲ ਭੱਜਣ ਲੱਗ ਪੈਂਦੇ ਨੇ। ਜਿਵੇਂ ਹਨੇਰਾ ਭੱਜ ਜਾਂਦਾ ਹੈ ਨਾ, ਚਾਨਣ ਨੂੰ ਵੇਖ ਕੇ ਸੂਰਜ ਚੜ੍ਹਦਾ ਹੈ ਤੇ ਰਾਤ ਲੱਭਦੀ ਕਿਤੇ ਨਹੀਂ, ਫਿਰ ਭੱਜ ਜਾਂਦੀ ਹੈ। ਹਨੇਰਾ ਚਲੇ ਜਾਂਦਾ, ਅਲੋਪ ਹੋ ਜਾਂਦਾ ਹੈ। ਠੰਡ ਕਿੰਨੀ ਵੀ ਹੋਵੇ, ਅੱਗ ਦੇ ਕੋਲ ਠੰਡ ਨਹੀਂ ਆ ਸਕਦੀ, ਦੂਰ ਭੱਜ ਜਾਂਦੀ, ਅੱਗ ਦੇ ਕੋਲ ਨਹੀਂ ਆਉਂਦੀ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਸੰਤ ਮੰਡਲ ਮਹਿ, ਸੰਤ ਸੰਗਤ ਜਿੱਥੇ ਹੁੰਦੀ ਹੈ, ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਦੁਰਤ ਸਭ ਨਸੈ, ਪਾਪ ਉਥੋਂ ਦੌੜ ਜਾਂਦੇ ਨੇ। ਹੁਣ ਕਈ ਐਸੇ ਪੁਰਖ ਮਿਲਦੇ ਨੇ, ਉਹ ਕਹਿੰਦੇ ਨੇ ਜੀ ਅਸੀਂ ਸੰਗਤ ਬੜੀ ਕਰਦੇ ਹਾਂ ਤੇ ਸਾਡੇ 'ਤੇ ਅਸਰ ਕੋਈ ਨਹੀਂ ਹੋਇਆ, ਸਾਨੂੰ ਮਿਲਿਆ ਕੁਝ ਨਹੀਂ। ਮਹਾਰਾਜ ਕਹਿੰਦੇ ਨੇ ਕਿ ਸੰਗਤ ਕਰਨ ਤੋਂ ਭਾਵ ਇਹ ਨਹੀਂ ਹੁੰਦਾ ਕਿ ਇਕੱਲਾ ਉੱਥੇ ਜਾ ਕੇ ਬੈਠੇ ਹੀ ਆ। ਹੁਣ ਕਈ ਸੰਗਤ ਵੀ ਬੜੀ ਕਰਨਗੇ ਤੇ ਨਾਲ ਚੋਰੀਆਂ ਵੀ ਕਰੀ ਜਾਣਗੇ, ਸੰਤਾਂ ਦੀਆਂ ਜੇਬਾਂ ਕੱਟ ਲੈਂਦੇ ਆ।
जिथे मौका मिले निंदिया भी करी जानी, चुगली भी करी जानी। देखो ਜਦੋਂ भी संगत ਵਿੱਚ बैठते हैं ना, ਤੁਹਾਡਾ अपना भी अभ्यास इस गल का होगा कि ਜਦੋਂ ਤੁਸੀਂ गुरु घर आके बैठते हो ना, बैठ के इत्थे बाणी का कीर्तन सुनते हो, कथा सुनते हो, बाणी सुनते हो, तो जिन्नी जिन्नी किसी के मन की अवस्था होती है ना, जिन्ना वो टिक के सुने उन्ना ही उनके असर होंदा। फिर ਜਦੋਂ भी गुरुद्वारे चों बाहर निकलोगे ना, तो मन के विच किन्ना किन्ना चिर उस गल का असर रहिंदा है, वो मन के विच वो तरंगां गुरबाणी दीयां बनियां रहिंदियां ने। तो जेकर कोई आवे तो जरूर, पर सुने ही ना, आवे तो जरूर पर गल नूं मन्ने कोई ना, फिर कहंदे ने उहदे ते असर नहीं हुंदा, उहदे दुख नहीं नसदे, उहदे पाप नहीं भजदे। सतगुरु महाराज कहंदे ने जिहड़ा मन बिरती करके बैठ के आए, ਹੁਣ देखो महापुरखों के कोल आना किसी ने तो आके नाल ये बेनती करनी, महाराज मैं तो पापी हाँ, मेरे पाप कर्म बड़े माड़े ने। बाबा बिधि चंद साहब जी वो रात किसी दियां मੱਝਾਂ चोरी करते आ, तो भाई अदली जी जिहड़े ने वो बैठे ने अपनी कुटिया दे विच नाम जपते ने। तो बाबा बिधि चंद साहब जी जदों देखिया मगर वो जिन्हां दियां मੱਝਾਂ सी पिंड वाले भी आउंदे पए ने, मੱਝਾਂ जड़ियां सी वो छप्पड़ दे विच वाड़ दित्तियां, पानी च वाड़ दित्तियां। ते आप वेख्या कि संतां दी कुटिया ते चले गए। उन्हें पुछया भाई कौन, हुण लकाया नहीं कि मैं संत पुरुष हाँ, मैं बड़ा भला पुरुष है, मैं तो चंगे काम बड़े करदा। कहण लगे महाराज मैं चोर हाँ, तो चोरी करके आया, मੱਝਾਂ चोरी कीतियां ने। कहंदे कित्थे आ मੱਝਾਂ, कहण लगे वो पानी दे विच वाड़ दित्तियां, ते कहंदे मैनूं बचाओ तुसीं। हुण पिंड वाले भी पिछे आउंदे आ, कहते बस तू हुण सच बोल दिता है ना, जिहड़ा सच बोलदा उहदे पाप खत्म हो जाते हैं, संगत मिल जाती है। सतगुरु महाराज कहते ने दुरत सब नसे, पाप छड्ड के दौड़ जाते ने। संत मंडल मह निर्मल रीत, रीत कहते ने जीवन जाच नूं, मर्यादा नूं, कि उन्हां दे अंदर जिहड़े संत महापुरख ने वो ज्यों-ज्यों नाम जपते हैं तो उन्होंने जीवन जाच जी आती जाती, वो फिर अगे भी उही जाच सिखाते हैं। जिहड़े तरीके नाल उन्होंने रब प्राप्त होया हुंदा है, नाम प्राप्त होया हुंदा है, उस तरीके दे नाल फिर संगत नूं भी कहंदे भाई इस तरह जपिया करो, इस तरह करया करो, इवें सेवा करया करो। एक महापुरख होए ने, वो क्या करते सी, कहंदे जदों तुरदे हो ना जी, पैंडा तुरदे पैरां दे नाल असीं तुरीदा है चाल, तो कहते ने एक पैर पुट्टो तो वाहे करो, तो दूजा पुट्टो तो गुरु कहो, वाहे गुरु। ऐदा करके कहते दो लांघां दे विच वाहे गुरु कहा जाता। तो कहते फिर ध्यान नाल जदों कर लग पोगे ना, नहीं जी पैर पुट्टना वाहे कहना, तो दूजे पैर नाल गुरु कहना, पुट्टन लग्या पैर तुरन लग्या। क्योंकि महाराज कहते ने उठत बैठत सोवत नाम, महाराज कहते ने मार्ग चलत हरे हर गाइए। जदों तुरीए ना मार्ग के उत्ते, रस्ते के उत्ते तुरदे आ, दुकान ते चले आ, घरे चले आ, घरों गुरु घर आउंदे पए आ, ज्यों ज्यों तुरांगे कहंदे छोटियां छोटियां बचतां करन दे नाल बहुत वड्डा खजाना बन जांदा। थोड़ा थोड़ा जपन दे नाल ही महाराज कहंदे ने तेरे नाम का खजाना तेरे जीवन च बड़ा बन जाएगा। फिर जदों इस तरह ध्यान रख के कोई तुरदा है ना, फिर कहते हैं कि वो मन जोड़ा है ना, फिर आसे पासे के ख्याल उन्होंने हट जाते, फिर चेता यही रहिंदा मैं एक बारी वाहे कहना, दूजी बारी गुरु कहना, फिर मन नूं ये जोड़न के ढंग होंदे ने। सतगुरु महाराज कहते हैं निर्मल रीत, निर्मल कहते हैं फिर मैल तो रहत उन्हां दी जीवन जाच हो जाती है, उन्हां दे जीवन दे विच मैल कर्म नहीं हुंदे। संत संग होए एक प्रीत, कहते ने संगत कीतियां कहते ने प्रीत वधदी आ, प्यार पैंदा है, भाषा मिठी हो जाती है। पर कई बार ये भी हुंदा ने, एक विद्वान सज्जन ने वो कहते पे सी लैक्चर दे विच अपने, कहते जी मैं संत किसी को गया तो मैं पूछया जी तुसीं आ अपनी गड्डी दे उपर भी अपने नाम दे नाल भी जिथे किते लिखिया ये 108 क्यों लिखाया है, 108 क्यों लिखिया है? वो कहता मैनूं इस गल का तो पता नहीं 108 क्यों लिखिया, दूजे ने भी लिखिया सी संत ने, इस करके मैं भी लिख लिया। तो कहता हुण मैं सोचदा वां कि उन्हें वेखा वेखी दूजे संत ने भी 108 लिखिया, मैं 1008 लिख देना, एक जीरो होर विच पा देनी ताकि वड्डा संत लगे। तो विद्वान सज्जन कहता मैं पूछया जी 108 की क्यों 108 लिखते आ? कहता मतलब मैनूं पता कोई नहीं, बस इन्ना पता कि दूजे ने लिखिया सी ते हुण मैं जीरो एक वड्डी पा के ते वड्डा संत बन जाना। कई बारी
ਐਸੇ ਸੰਤ ਵੀ ਹੁੰਦੇ ਨੇ ਜਿਹੜਾ ਦੂਜੇ ਸੰਤ ਨੂੰ ਵੇਖਣਾ ਵੀ ਪਸੰਦ ਨਹੀਂ ਕਰਦੇ, ਪਰ ਮਹਾਰਾਜ ਕਹਿੰਦੇ ਨੇ ਸੰਤ ਦਾ ਸੁਭਾਅ ਹੁੰਦਾ ਏ ਚੋਰ ਵੀ ਕੋਲ ਆ ਜੇ, ਜਿਹੜਾ ਭਾਵੇਂ ਦੁਸ਼ਮਣੀ ਕਰਨ ਵਾਲਾ, ਸੰਤ ਦਾ ਦੁਸ਼ਮਣ ਕੋਈ ਨਹੀਂ, ਤੇ ਸੰਤ ਦੇ ਨਾਲ ਈਰਖਾ ਕਰਨ ਵਾਲਾ ਵੀ ਆ ਜੇ, ਸੰਤ ਮਹਾਂਪੁਰਖ ਤਾਂ ਉਹਨਾਂ ਨੂੰ ਵੀ ਮਾੜਾ ਬਚਨ ਨਹੀਂ ਕਹਿੰਦੇ, ਉਹਨਾਂ ਨੂੰ ਵੀ ਜੀ ਆਇਆਂ ਆਖਦੇ ਆ। ਤੇ ਜਿਹੜੇ 108 ਦੇ ਅਰਥ ਨੇ ਉਹ ਨੇ ਹਿੰਦੂ ਧਰਮ ਦੇ ਵਿੱਚ ਗ੍ਰੰਥ ਨੇ, ਜਿਵੇਂ 4 ਵੇਦ ਨੇ, 6 ਸ਼ਾਸਤਰ ਨੇ, ਸਿਮਰਤੀਆਂ ਨੇ, ਪੁਰਾਣਾ ਨੇ, ਉਪਨਿਸ਼ਦ ਨੇ, ਇਹਨਾਂ ਦੀ ਟੋਟਲ ਗਿਣਤੀ ਜਿਹੜੀ ਆ ਉਹ 108 ਹੋ ਜਾਂਦੀ। ਇਹ ਪਦਵੀ ਸੀ 108। ਜਿਵੇਂ ਇੱਕ ਨਾ ਵੇਦੀ ਕਿਹਾ ਜਾਂਦਾ, ਇੱਕ ਵੇਦੀ ਹੁੰਦਾ, ਇੱਕ ਦੁਵੇਦੀ ਹੁੰਦਾ, ਤ੍ਰਿਵੇਦੀ ਤੇ ਚਤੁਰਵੇਦੀ। ਜਿਹਨੇ ਇੱਕ ਵੇਦ ਪੜ੍ਹਿਆ ਹੋਵੇ, ਇੱਕ ਵੇਦ ਦੀ ਕਥਾ ਕਰ ਸਕਦਾ ਹੋਵੇ, ਉਹਨੂੰ ਕਹਿੰਦੇ ਨੇ ਵੇਦੀ। ਜਿਹੜਾ 2 ਵੇਦਾਂ ਨੂੰ ਪੜ੍ਹਨ ਵਾਲਾ ਹੋਵੇ ਉਹਨੂੰ ਕਹਿੰਦੇ ਨੇ ਦੁਵੇਦੀ। ਜਿਹੜਾ 3 ਵੇਦਾਂ ਨੂੰ ਪੜ੍ਹਦਾ ਉਹਨੂੰ ਕਹਿੰਦੇ ਨੇ ਤ੍ਰਿਵੇਦੀ। ਤੇ ਜਿਹੜਾ 4 ਵੇਦ ਨੂੰ ਪੜ੍ਹ ਲੈਂਦਾ ਹੋਵੇ, 4 ਦੀ ਕਥਾ ਆਉਂਦੀ ਹੋਵੇ, ਉਹਨੂੰ ਕਹਿੰਦੇ ਨੇ ਚਤੁਰਵੇਦੀ। ਇਹ ਅਹੁਦੇ ਸੀ, ਇਹ ਪਦਵੀਆਂ ਹੁੰਦੀਆਂ ਸੀ, ਜਿਵੇਂ ਅੱਜ ਕੱਲ੍ਹ ਗਿਆਨੀ ਦੀ ਪਦਵੀ ਹੈਗੀ ਹੈ। ਇਸ ਤਰੀਕੇ ਦੇ ਨਾਲ ਇਹ ਪਦਵੀਆਂ ਸੀ। 108 ਵੀ ਪਦਵੀ ਸੀ ਕਿ ਜਿਹਨੇ ਹਿੰਦੂ ਧਰਮ ਦੇ 108 ਗ੍ਰੰਥਾਂ ਦਾ ਅਧਿਐਨ ਕਰ ਲਿਆ, ਉਹਨੂੰ ਕਹਿੰਦੇ ਸੀ ਇਹ 108 ਸ਼੍ਰੀਮਾਨ 108 ਆ। ਇਹਨੇ ਪੜ੍ਹ ਲਏ ਗ੍ਰੰਥ, ਵਿਚਾਰ ਲਏ ਨੇ। ਇਸੇ ਤਰ੍ਹਾਂ ਵੇਦੀ, ਦੁਵੇਦੀ, ਤ੍ਰਿਵੇਦੀ, ਚਤੁਰਵੇਦੀ ਹੋ ਗਿਆ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਸੰਤ ਮੰਡਲ ਦੀ ਨਿਸ਼ਾਨੀ ਹੁੰਦੀ ਆ ਕਿ ਸੰਤ ਮੰਡਲ ਮਹਿ ਸੰਤ ਸੰਗ ਹੋਏ ਏਕ ਪ੍ਰੀਤ। ਪ੍ਰੀਤ ਹੁੰਦੀ ਆ ਤੇ ਇੱਕ ਦੇ ਨਾਲ ਹੁੰਦੀ ਆ, ਇੱਕ ਪ੍ਰਮਾਤਮਾ ਹੀ ਆ ਜੀ ਕੇਵਲ। ਕਈ ਵਾਰੀ ਅਸੀਂ ਕਹਿੰਦੇ ਨਾ ਸੂਰਜ ਵੀ ਦੇਖੋ ਇੱਕ ਹੈ, ਚੰਦਰਮਾ ਵੀ ਇੱਕ ਆ, ਧਰਤੀ ਵੀ ਇੱਕ ਆ, ਪਰ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਨਹੀਂ, ਸੂਰਜ ਚੰਦਰਮਾ ਤੇ ਬਹੁਤ ਸਾਰੇ ਨੇ, ਸਾਨੂੰ ਹੀ ਇੱਕੋ ਸੂਰਜ ਮਿਲਿਆ, ਅਸੀਂ ਇੱਕੋ ਨੂੰ ਹੀ ਦੇਖਦੇ ਪਏ ਹਾਂ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨਾ, ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਬਗਦਾਦ ਜਾਂਦੇ ਆ, ਪੀਰ ਦਸਤਗੀਰ ਮਿਲਦਾ ਜੀ ਉੱਥੇ। ਪੀਰ ਦਸਤਗੀਰ ਸਤਿਗੁਰੂ ਮਹਾਰਾਜ ਜੀ ਦੇ ਨਾਲ ਚਰਚਾ ਕਰਦਾ ਹੈ ਕਿ ਮਹਾਰਾਜ ਤੁਸੀਂ ਆਪਣੀ ਬਾਣੀ ਦੇ ਵਿੱਚ ਆ ਕਹਿੰਦੇ ਪਏ ਹੋ ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ। ਸਤਿਗੁਰੂ ਮਹਾਰਾਜ ਕਹਿੰਦੇ ਹਾਂ, ਲੱਖਾਂ ਪਤਾਲ ਨੇ, ਲੱਖਾਂ ਆਕਾਸ਼ ਨੇ। ਕਹਿੰਦੇ ਸਾਡਾ ਇਸਲਾਮ ਤੇ ਕਹਿੰਦਾ ਹੈ ਕਿ 7 ਪਤਾਲ ਤੇ 7 ਆਕਾਸ਼ ਨੇ। 14 ਤਬਕ ਮੰਨਦੇ ਨੇ ਇਸਲਾਮ ਦੇ ਵਿੱਚ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਇਸਲਾਮ ਨੂੰ ਵੀ ਠੀਕ ਆਖਦਾ ਹੈ। ਤੇ ਕਹਿੰਦੇ ਮਹਾਰਾਜ ਫਿਰ ਤੁਹਾਡਾ ਕਥਨ ਗਲਤ ਹੋਏਗਾ। ਸਤਿਗੁਰੂ ਮਹਾਰਾਜ ਕਹਿੰਦੇ ਨਹੀਂ, ਅਸੀਂ ਵੀ ਠੀਕ ਆਖਦੇ। ਕਹਿੰਦੇ 2 ਸੱਚ ਕਿਵੇਂ ਹੋ ਸਕਦੇ ਆ? 14 ਵਾਲਾ ਵੀ ਸੱਚ ਹੋ ਗਿਆ ਤੇ ਲੱਖਾਂ ਵਾਲਾ ਵੀ ਸੱਚ ਕਿਵੇਂ ਹੋ ਸਕਦਾ? ਇੱਕ ਸੱਚ ਹੋਏਗਾ ਦੋਨਾਂ 'ਚੋਂ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਅਸਲ ਦੇ ਵਿੱਚ ਜਿਹਨੇ ਜੋ ਵੇਖਿਆ ਹੁੰਦਾ ਨੇ ਉਹ ਉਹਨੂੰ ਹੀ ਸੱਚ ਆਖਦਾ ਹੈ। ਮੁਹੰਮਦ ਸਾਹਿਬ ਨੇ 14 ਦੇਖੇ ਤਬਕ ਤੇ ਉਹਨਾਂ ਨੇ 14 ਦੀ ਗੱਲ ਕੀਤੀ ਕਿ 7 ਤੇ 7 14 ਨੇ, 7 ਪਤਾਲ ਨੇ, 7 ਆਕਾਸ਼ ਨੇ। ਕਹਿੰਦੇ ਸਾਡੇ ਤੇ ਰੱਬ ਨੇ ਕਿਰਪਾ ਕੀਤੀ, ਸਾਨੂੰ ਲੱਖਾਂ ਦਿਖਾ ਦਿੱਤੇ, ਅਸੀਂ ਇਸ ਕਰਕੇ ਲੱਖਾਂ ਕਹਿ ਦਿੱਤੇ। ਕਹਿੰਦੇ ਤੁਸੀਂ ਸਾਬਤ ਕਰ ਸਕਦੇ ਹੋ, ਦਿਖਾ ਸਕਦੇ ਹੋ? ਸਤਿਗੁਰੂ ਮਹਾਰਾਜ ਕਹਿੰਦੇ ਹਾਂ ਬਿਲਕੁਲ, ਪਰ ਕਹਿੰਦੇ ਤੈਨੂੰ ਨਹੀਂ ਦਿਖਾਵਾਂਗਾ, ਤੇਰੇ ਪੁੱਤਰ ਨੂੰ ਦਿਖਾ ਦੇਵਾਂਗਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਅੱਖੀ ਮੀਟ ਗਿਆ ਹਵਾਈ। ਪੁੱਤਰ ਲਿਆ ਨਾਲ, ਦਸਤਗੀਰ ਦੇ ਪੁੱਤਰ ਨੂੰ ਲੈ ਕੇ ਤੇ ਫਿਰ ਲੱਖਾਂ ਪਤਾਲਾਂ ਆਕਾਸ਼ ਜਦੋਂ ਦਿਖਾਏ ਨਾ, ਛਿਨ ਭਰ ਦੇ ਸਮੇਂ ਦੇ ਵਿੱਚ ਦਿਖਾ ਲਿਆਂਦੇ। ਤੇ ਮਹਾਰਾਜ ਜਿੱਥੇ ਵੀ ਲੈ ਕੇ ਜਾਂਦੇ ਸੀ ਨਾ, ਜਿਸ ਲੋਕ ਦੇ ਵਿੱਚ ਵੀ ਲੈ ਕੇ ਜਾਣਾ, ਜਿਸ ਧਰਤੀ ਨਵੀਂ ਤੇ ਲੈ ਕੇ ਜਾਣਾ, ਉੱਥੇ ਹੀ ਕਹਿੰਦੇ ਨੇ ਸਤ ਸੰਗਤ ਹੁੰਦੀ ਹੋਣੀ, ਉੱਥੇ ਗੁਰੂ ਨਾਨਕ ਦੇਵ ਮਹਾਰਾਜ ਬੈਠੇ ਹੋਣੇ। ਅਖੀਰ ਤੇ ਸੱਚਖੰਡ ਦੇ ਵਿੱਚ ਲੈ ਕੇ ਗਏ, ਉੱਥੋਂ ਗਵਾਹੀ ਦੇ ਵਾਸਤੇ ਕਿ ਯਕੀਨ ਨਹੀਂ ਕਰੇਗਾ ਦਸਤਗੀਰ, ਉਹ ਕਹੇਗਾ ਨਹੀਂ ਜੀ ਮੈਂ ਤੇ ਵੇਖੇ ਨਹੀਂ, ਕਿਵੇਂ ਮੈਂ ਮੰਨ ਲਾਂ। ਇੱਕ ਕੌਲਾ ਕਚਕੌਲ ਪ੍ਰਸ਼ਾਦ ਦਾ ਭਰ ਕੇ ਲੈ ਕੇ ਆਂਦਾ। ਵਿਦਵਾਨ ਕਹਿੰਦੇ ਨੇ ਕੜਾਹ ਪ੍ਰਸ਼ਾਦੀ ਦੇਗ ਜਿਹੜੀ ਆ ਉਹ ਦੁਨਿਆਵੀ ਦੇਗ ਨਹੀਂ, ਇਹ ਸੱਚਖੰਡ ਦੀ ਦੇਗ ਆ। ਮਹਾਰਾਜ ਸੱਚਖੰਡ ਤੋਂ ਲੈ ਕੇ ਆਏ, ਫਿਰ ਇੱਥੇ ਬਾਣੀ ਸ਼ੁਰੂ ਹੋਈ ਆ। ਇੱਥੇ ਫਿਰ ਮਹਾਰਾਜ ਨੇ ਇਹ ਰੀਤ ਮਰਿਆਦਾ ਬਣਾ ਦਿੱਤੀ ਕਿ ਜਦੋਂ ਵੀ ਕੋਈ ਕਾਰਜ ਸਿੱਖ ਕਰੇ ਉਹ ਕੜਾਹ ਪ੍ਰਸ਼ਾਦ ਦੀ ਦੇਗ ਕਰਕੇ ਤੇ ਗੁਰੂ ਦੇ ਹਜ਼ੂਰ ਅਰਦਾਸ ਜ਼ਰੂਰ ਕਰੇ। ਦਰਗਾਹੀ ਦੇਗ ਜਦੋਂ ਅਰਦਾਸ ਕਰੇਗਾ, ਮਹਾਰਾਜ ਦੇ ਘਰ ਦੇ ਵਿੱਚ ਅਰਦਾਸ ਸੁਣੀ ਜਾਵੇ। ਕਹਿੰਦੇ ਨੇ ਫਿਰ ਪੀਰ ਨੂੰ ਲਿਆ ਕੇ ਜਦੋਂ ਦੱਸਿਆ ਤੇ ਪੁੱਤਰ ਨੂੰ ਪੁੱਛਿਆ ਤੂੰ ਦੇਖਿਆ? ਕਹਿੰਦਾ ਮਹਾਰਾਜ ਪਿਤਾ ਜੀ ਮੈਂ ਦੇਖੇ। ਤੇ ਕਹਿੰਦੇ ਇਹ ਤਾਂ ਮੁੱਕਣ ਤੇ ਹੀ ਨਹੀਂ ਸੀ ਆਉਂਦੇ, ਮੈਂ ਆਪ ਕਿਹਾ ਕਿ ਹੁਣ ਚੱਲੋ ਜੀ, ਹੁਣ ਬਹੁਤ ਸਾਰੇ ਦੇਖ ਲਏ, ਹੁਣ ਤੇ ਸਾਡੀ ਮੱਤ ਛੋਟੀ ਪਈ ਜਾਂਦੀ ਆ। ਇੰਨੇ ਪਤਾਲ ਆਕਾਸ਼ ਦੇਖ ਕੇ ਤੇ ਸਾਡੇ ਮਨ ਦੇ ਵਿੱਚ ਤੇ ਕਹਿੰਦੇ ਹੁਣ ਗਿਣਤੀ ਵੀ ਨਹੀਂ ਹੁੰਦੀ ਪਈ। ਤੇ ਫਿਰ ਪੁੱਤਰ
पुत्र है, कोई चाचा कहेगा, कोई मामा, कोई ताया, कहते हैं किन्ने रिश्ते हो जाते हैं, पर बंदा तो एक ही होंदा है ना। इस तरह अकाल पुरख एक आ, जिन्हें जैसा देखा उन्हें उस तरह का नाम रख लिया, उस तरह का प्रतीत कर लिया। सतगुरु महाराज पातशाह कहते हैं संत संग होए एक प्रीत, रब दे नाल प्यार पैंदा है, एक दे नाल जुड़ीदा है। कृपा करते हैं कि जिथे एको नाम विखानी है, रब दे नाम की गल होवे, दुनियावी गल्लां ना होंदियां होण। सत संगत कैसी जानी है, जिथे एको नाम विखानी है। महाराज पातशाह जी कहते हैं इस करके जिहड़ा संत मंडल है उनकी निशानी है, संत मंडल तहाँ का नाम पार ब्रह्म केवल गुण गाओ। केवल पार ब्रह्म के गुण गाए जाते हो, वन रहाओ। महाराज विश्राम देंदे ने, संत मंडल मह जन्म मरण रह जाता, मुक जाता, जिन्हों कह सकते हैं। सतगुरु महाराज कहते जिहड़ा संगत कर लैंदा है ना, जिहड़ा साधु संगत विच बैठदा है, महाराज कहते ने फिर उनका जन्म मरण मुक जाता है, फिर वो जमदा मरदा नहीं। सब तो वड्डा दुख, असी जन्म नूं तां खुशी मनदे आ ना, पर जिहड़ा जम्मेगा फिर उन्होंने मरना पैंदा है। भाई गुरदास साहब जी उदाहरण देंदे, कहते बच्चा जो पैदा होया ना, जिस दिन बच्चा जम्मिया तो बच्चा रोंदा है जी। महाराज कहते ने रोंदा तां लिव छुटकी लगी तृष्णा, लिव टुट जाती तां रोंदा है। तो कहते जिन्नी देर तक बच्चा रोवे ना उन्नी देर तक परिवार चुप कीता रहिंदा कि पता नहीं बच्चा ठीक ठाक होवे, रोया क्यों नहीं। तो कहते बच्चा रोया तो सारिਆਂ ने हसे, सारिਆਂ ने खुशी मनाई, मूँह मिठे कराए। तो भाई गुरदास साहब जी कहते ने किसी ने पूछा बच्चा क्यों रोंदा, कहते ने परसूत की पीड़ा करके रोंदा है, जन्म की पीड़ा करके रोंदा है। हुण देखो अजकल तो परसूत की पीड़ा नहीं ना होंदी, अजकल तो बच्चे का जन्म वैसे ही हो जाता, पीड़ा तो बगैर हो जाते हैं, सर्जरियाँ कई तरह दी हो जांदियां। पर महाराज पातशाह कहते ने वो रोंदा जरूर है, फिर भी क्यों रोंदा है। कहते असी कहने जन्म करके रोंदा, कहते महाराज कहते भाई गुरदास साहब कहते नहीं जन्म करके नहीं, जन्मां जन्मां की पीड़ करके रोंदा पिया। उन्होंने पता उस वेले कि मैं जन्मां तो विछड़िया आया। फिर कहते ने जो लाड लडाने शुरू होंदे, मेरा पुत मेरा लाल, कहते ने फिर पीड़ भुल जाता है। फिर उस चीज कहता आ बड़ा कहता सुख आ, मेरा इत्थे सारे बड़े करते आ। महाराज कहते ने जन्म ही दुख आ असल दे विच, जे जमेगा तो मरेगा जरूर। महाराज कहते ने संत मंडल मह जन्म मरण रह जाता, मुक जाता है, फिर जन्म मरण हुंदा नहीं। संत मंडल मह जम किशू ना कह। महाराज कहते ने जम लोग होंदे ना, जिहड़े जमदूत होंदे ने, जिथे संगत होंदी होवे उत्थे नहीं वो आ सकते। पर यह ना कहिए कि शरीर नहीं जी उत्थे छड्ड दे, संतां दे शरीर भी चले गए, गुरु नानक देव महाराज भी शरीर छड्ड दिता, भगतां दे शरीर भी उन्होंने छड्डे ने। असल दे विच की हुंदा है कि जिथे जिहड़े नाम जपण वाले हुंदे ने, प्रोफैसर जसवंत सिंह नेकी डॉक्टर साहब जिहड़े होए, उन्होंने लिखिया कहन लगे कि जिहड़ा जी देखो हुण सुखमनी साहब असीं पढ़दे हैं तो आम असीं सुनते हैं कि मौत जदों हुंदी जमदूत लैण वास्ते आउंदे आ। डॉक्टर जसवंत सिंह नेकी कहते नहीं, सारिਆਂ ਨੂੰ नहीं लैण वास्ते आउंदे, कहते जिहड़े सुखमनी पढ़ते पे ना उन्होंने गुरु अर्जन देव महाराज आप लैण वास्ते आउंदे आ, किसी जमदूत नूं नहीं भेजदे। सतगुरु महाराज पातशाह कहते ने संत मंडल में जम किशू ना कहे, जम का वस भी नहीं उत्थे चलदा। संत संग होए निर्मल बानी, निर्मल बानी प्रेम सहित वाली बानी। फिर गुस्सा बोली दे विचों गुस्सा घट जाता है, बोलदा नहीं, फिर कुरख्त बोल औखे बोल नहीं संत बोलदा। हुण सतगुरु महाराज पातशाह जी जे पुछीए ना गुरु नानक देव महाराज रब की भाषा किहड़ी है, वह किहड़ी भाषा जानदा है। गुरु नानक देव महाराज कहते ने भाखिया भाओ अपार। महाराज कहते ने ना पंजाबी अंग्रेजी उर्दू हिंदी फारसी कोई नहीं, उत्थे केवल प्यार की भाषा चलती है। तुसीं जिहड़ी मर्जी इत्थे भाषा बोली जाओ, महाराज कहते ने नहीं जिन प्रेम कियो तिन ही प्रभ पायो। प्रेम है बोली, मिठास बोली, मिठ बोलड़ा जी हर सज्जन स्वामी मोरा। महाराज कहते बोली मिठी हो जाती है। सिख पंथ के विद्वान होए ने ज्ञानी मान सिंह जी झौर, MP वो कथा करने वास्ते गए मध्य प्रदेश के विच, ते आदत होंदी सी विद्वान संत सवेर के समय कथा तो पहलों सवेरे सवेरे पहलों कुछ सैर करके आउणी। तो ज्ञानी मान सिंह झौर ने लिखिया, कहते मैं सवेरे सैर करने वास्ते बाहर गया तो एक नौजवान
ਦਾੜਾ ਉਹਨੇ ਬੜਾ ਸੋਹਣਾ ਦਾੜਾ ਹੁੰਦਾ, ਦਸਤਾਰ ਉਹਨੇ ਬੰਨੀ, ਪੈਂਟ ਸ਼ਰਟ ਪਾਈ ਤੇ ਹੱਥ ਵਿੱਚ ਇੱਕ ਟੈਚੀ ਫੜਿਆ ਹੋਇਆ। ਤੇ ਸਟੇਸ਼ਨ ਵਾਲ ਦੇ ਲਾਗੇ ਹੀ ਗੁਰਦੁਆਰਾ ਸੀ ਜਿੱਥੇ ਕਥਾ ਕਰਦੇ ਸੀ। ਤੇ ਕਹਿੰਦੇ ਉਹ ਗੁਰਮੁਖ ਪਿਆਰਾ ਜਿਹੜਾ ਨੌਜਵਾਨ ਸੀ ਨਾ, ਉਹ ਬੈਗ ਫੜਿਆ ਤੇ ਸਟੇਸ਼ਨ ਵਾਲੇ ਪਾਸੇ ਤੁਰਿਆ ਆਵੇ ਤੇ ਕਹਿੰਦੇ ਸਾਹਮਣੇ ਮੈਨੂੰ ਮਿਲ ਪਿਆ। ਮੈਨੂੰ ਮਿਲਿਆ ਤੇ ਕਹਿੰਦਾ, ਮੈਨੂੰ ਪੁੱਛਿਆ ਉਹਨੇ, ਕਹਿੰਦਾ ਬਾਬਾ ਜੀ ਇੱਥੇ ਕੋਈ ਗੁਰਦੁਆਰਾ ਹੈਗਾ ਲਾਗੇ? ਕਹਿੰਦਾ ਭਾਈ ਕਿੱਥੋਂ ਆਇਆ ਤੇ ਗੁਰਦੁਆਰੇ ਜਾਣਾ ਤੂੰ? ਕਹਿੰਦਾ ਅਸਲ ਦੇ ਵਿੱਚ ਨਾ ਮੈਂ ਬਿਜ਼ਨਸ ਦੇ ਸਿਲਸਿਲੇ ਦੇ ਵਿੱਚ ਆਇਆ ਤੇ ਮੇਰੇ ਮਨ ਦੀ ਰੂਟੀਨ ਹੁੰਦੀ ਹੈ, ਮੈਂ ਆਪਣੀ ਇਹ ਦਿਨ ਦੀ ਰੋਜ਼ ਦੀ ਮਰਿਆਦਾ ਬਣਾ ਕੇ ਰੱਖੀ ਆ ਕਿ ਮੈਂ ਉਨਾ ਚਿਰ ਤੱਕ ਜਲ ਪਾਣੀ ਵੀ ਨਹੀਂ ਛਕਦਾ ਜਿੰਨਾ ਚਿਰ ਤੱਕ ਗੁਰੂ ਦੀ ਬਾਣੀ ਨਾ ਮੈਂ ਜਾ ਕੇ ਸੁਣਾ, ਗੁਰੂ ਦੇ ਦਰਸ਼ਨ ਨਾ ਕਰ ਲਵਾਂ। ਤੇ ਕਹਿੰਦੇ ਇੱਥੇ ਸ਼ਹਿਰ 'ਚ ਕਹਿੰਦੇ ਮੈਂ ਪਹਿਲੀ ਵਾਰੀ ਆਇਆ ਜੀ ਇੱਥੇ। ਕਹਿੰਦੇ ਮੇਰਾ ਪਹਿਲੋਂ ਤਾਂ ਇਰਾਦਾ ਸੀ ਕਿ ਮੈਂ ਗੁਰਦੁਆਰਾ ਦੱਸ ਦੇਵਾਂ, ਫਿਰ ਕਹਿੰਦੇ ਬੋਲਿਆ ਇੰਨੇ ਪਿਆਰ ਦੇ ਨਾਲ, ਭਾਸ਼ਾ ਉਹਦੀ ਬੜੀ ਮਿੱਠੀ ਸੀ। ਕਹਿੰਦੇ ਮੈਂ ਕਿਹਾ ਚੱਲ ਆ ਮੈਂ ਤੈਨੂੰ ਲੈ ਹੀ ਚੱਲਦਾ। ਗਿਆਨੀ ਮਾਨ ਸਿੰਘ ਝੌਰ ਕਹਿੰਦੇ ਮੈਂ ਨਾਲ ਲੈ ਕੇ ਆਇਆ, ਗੁਰੂ ਘਰ ਲੈ ਕੇ ਆਇਆ। ਉਹਨੇ ਬੜਾ ਸ਼ੁਕਰਾਨਾ ਕੀਤਾ, ਜੀ ਤੁਸੀਂ ਬੜਾ ਚੰਗਾ ਕਰ ਦਿੱਤਾ। ਮੈਂ ਤਾਂ ਗੱਡੀ ਦੇ ਵਿੱਚ 2 ਦਿਨ ਸਾਂ, ਮੇਰਾ ਮਨ ਹੀ ਕਰੀ ਜਾਂਦਾ ਸੀ ਮੈਂ ਦਰਸ਼ਨ ਹੀ ਨਹੀਂ ਮਹਾਰਾਜ ਦੇ ਕੀਤੇ। ਮਹਾਰਾਜ ਕਿਵੇਂ ਦੇ ਅਭਾਗੇ ਦਿਨ ਆ ਜਾਂਦੇ ਆ, ਤੁਹਾਡੇ ਦਰਸ਼ਨ ਨਹੀਂ ਹੁੰਦੇ, ਕਿਰਪਾ ਕਰੋ ਦਰਸ਼ਨ ਦਿਓ। ਤੇ ਕਹਿੰਦੇ ਮਹਾਰਾਜ ਕਿਰਪਾ ਬੜੀ ਕੀਤੀ, ਤੁਸੀਂ ਅੰਮ੍ਰਿਤ ਵੇਲੇ ਸਤਿਗੁਰ ਦੇ ਦਰਸ਼ਨ ਕਰਵਾ ਦਿੱਤੇ ਹੋ। ਜਦੋਂ ਦਰਸ਼ਨ ਕਰਕੇ ਸੰਗਤ ਵਿੱਚ ਬੈਠਿਆ, ਨੇਮ ਸੀ ਕਿ ਰੋਜ਼ ਕਥਾ ਕੀਰਤਨ ਸੁਣਨਾ। ਤੇ ਜਦੋਂ ਕਥਾ ਕਰਨ ਸੁਣਨ ਲੱਗਿਆ ਤੇ ਉੱਥੇ ਗਿਆਨੀ ਮਾਨ ਸਿੰਘ ਝੌਰ ਕਥਾ ਕਰਨ ਲੱਗ ਪਏ। ਜਦੋਂ ਕਥਾ ਦੀ ਸਮਾਪਤੀ ਹੋਈ, ਫਿਰ ਹੱਥ ਜੋੜ ਕੇ ਬੇਨਤੀ ਕੀਤੀ, ਕਹਿਣ ਲੱਗਾ ਗਿਆਨੀ ਜੀ ਮੈਂ ਬੜੀ ਭੁੱਲ ਕੀਤੀ, ਤੁਸੀਂ ਕਿਸੇ ਕੰਮ ਚੱਲੇ ਹੋਣੇ ਹੋ ਤੇ ਮੈਨੂੰ ਨਹੀਂ ਸੀ ਪਤਾ ਤੁਸੀਂ ਇੱਥੇ ਕਥਾ ਕਰਨੀ ਹੈ, ਤੇ ਮੈਂ ਭੁੱਲ ਕੀਤੀ, ਮੈਨੂੰ ਮਾਫ ਕਰਿਓ, ਮੈਂ ਤੁਹਾਡਾ ਸਮਾਂ ਖਰਾਬ ਕੀਤਾ। ਕਹਿਣ ਲੱਗੇ ਨਹੀਂ ਤੂੰ ਇੰਨੇ ਪਿਆਰ ਦੇ ਨਾਲ ਬੋਲਿਆ ਹੈ ਨਾ, ਕਹਿੰਦੇ ਮੇਰਾ ਮਨ ਹੀ ਨਹੀਂ ਕੀਤਾ ਕਿ ਮੈਂ ਤੈਨੂੰ ਉੱਦਾਂ ਛੱਡ ਕੇ ਉੱਦਾਂ ਭੇਜ ਦੇਵਾਂ। ਮੇਰਾ ਮਨ ਕੀਤਾ ਇੰਨਾ ਗੁਰਮੁਖ ਪਿਆਰਾ, ਇੰਨਾ ਪਿਆਰ ਦੇ ਵਿੱਚ ਭੇਜਿਆ ਕਿ ਗੁਰੂ ਦੇ ਦਰਸ਼ਨਾਂ ਨੂੰ ਚੱਲਿਆ। ਅਸੀਂ ਤਾਂ ਸਵੇਰੇ ਸਵੇਰੇ ਕਈ ਹੋਰ ਕੰਮ ਕਰਨ ਲੱਗ ਪੈਂਦੇ ਆ ਨਾ। ਉਹ ਕਹਿੰਦੇ ਨਹੀਂ, ਮਹਾਰਾਜ ਕਹਿੰਦੇ ਨੇ ਸਭ ਤੋਂ ਪਹਿਲਾਂ ਉੱਠਦੇ ਆ ਗੁਰੂ ਦੇ ਦਰਸ਼ਨ ਕਰਨ ਜਾਇਆ ਕਰੋ। ਸਤਿਗੁਰੂ ਮਹਾਰਾਜ ਕਹਿੰਦੇ ਨੇ ਸੰਤ ਸੰਗ ਹੋਏ ਨਿਰਮਲ ਬਾਣੀ, ਬਾਣੀ ਨਿਰਮਲ ਹੋ ਜਾਂਦੀ ਹੈ। ਸੰਤ ਮੰਡਲ ਮਹਿ ਨਾਮ ਵਖਾਣੀ। ਹੁਣ ਕਈ ਵਾਰੀ ਕਿਸੇ ਨੂੰ ਕਹੋ ਨਾ ਆਓ ਸੰਗਤ ਕਰਨ ਚੱਲੀਏ, ਆਓ ਸੰਗਤ ਦੇ ਵਿੱਚ ਬੈਠੀਏ, ਕਹਿਣਗੇ ਜੀ ਉੱਥੇ ਕੀ ਕਰਨਾ, ਉੱਥੇ ਤਾਂ ਇਹੀ ਕਹੀ ਜਾਂਦੇ ਨਾਮ ਜਪੋ, ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਉੱਥੇ ਕੀ ਕਰਨਾ। ਹੁਣ ਪਤਾ ਹੁੰਦਾ ਹੈ ਸਾਰਿਆਂ ਨੂੰ ਕਿ ਉੱਥੇ ਨਾਮ ਜਪਾਉਂਦੇ ਆ, ਤੇ ਜਿਨ੍ਹਾਂ ਦੇ ਮਨ ਦੇ ਜਿਹੜੇ ਫੁਰਨੇ ਹੁੰਦੇ ਨੇ ਗਲਤ ਪਾਸੇ ਨੂੰ ਚੱਲਦੇ ਨੇ, ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ, ਉੱਥੇ ਸੱਚ ਵਰਤਦਾ ਕੁੜਿਆਰਾ ਚਿੱਤ ਉਦਾਸ। ਮਹਾਰਾਜ ਕਹਿੰਦੇ ਨੇ ਝੂਠੇ ਮਨਾਂ ਵਾਲੇ ਸੱਚ ਵਾਲੀ ਥਾਂ ਤੇ ਨਹੀਂ ਬੈਠਦੇ। ਤੇ ਸਤਿਗੁਰ ਮਹਾਰਾਜ ਕਹਿੰਦੇ ਨੇ ਸੰਤ ਮੰਡਲ ਦੇ ਵਿੱਚ ਨਾਮ ਦਾ ਵਿਖਿਆਨ ਹੁੰਦਾ ਹੈ, ਨਾਮ ਦੀ ਕਥਾ ਹੁੰਦੀ। ਵਿਖਿਆਨ ਦੇ ਅਰਥ ਹੁੰਦੇ ਨੇ ਕਥਾ ਹੋਣੀ। ਸੰਤ ਮੰਡਲ ਕਾ ਨਿਸ਼ਚਲ ਆਸਨ। ਅਸੀਂ ਜਿਹੜੇ ਸੰਸਾਰ ਤੇ ਆਏ ਹਾਂ ਇਹ ਨਿਸ਼ਚਲ ਨਹੀਂ ਹੈ, ਇਹ ਚਲਾਏਮਾਨ ਹੈ। ਅੱਜ ਹੈ ਤੇ ਹੋ ਸਕਦਾ ਕੱਲ੍ਹ ਨੂੰ ਨਾ ਹੋਵੇ। ਪਰ ਮਹਾਰਾਜ ਕਹਿੰਦੇ ਨੇ ਇੱਕ ਸੱਚਖੰਡ ਹੁੰਦਾ ਹੈ ਜਿਹੜਾ ਨਿਸ਼ਚਲ ਹੈ, ਸਦਾ ਰਹਿਣ ਵਾਲਾ। ਜਿਉਂ-ਜਿਉਂ ਸੰਗਤ ਕਰੀ ਜਾਓਗੇ ਤਿਉਂ-ਤਿਉਂ ਮਨ ਨਿਸ਼ਚਲ ਆਸਨ ਵਾਲੇ ਪਾਸੇ ਤੁਰ ਪੈਂਦਾ ਹੈ, ਨਿਸ਼ਚਲ ਆਸਨ ਮਿਲਣ ਲੱਗ ਪੈਂਦਾ ਹੈ। ਮਹਾਰਾਜ ਅੱਗੇ ਕਿਰਪਾ ਕਰਦੇ ਨੇ, ਸੰਤ ਮੰਡਲ ਮਹਿ ਪਾਪ ਵਿਨਾਸਨ। ਪਾਪ ਸੜਨ ਲੱਗ ਪੈਂਦੇ ਨੇ, ਪਾਪ ਖਤਮ ਹੋਣ ਲੱਗ ਪੈਂਦੇ ਨੇ ਸੰਤ ਸੰਗਤ ਕੀਤਿਆਂ। ਸੰਤ ਮੰਡਲ ਮਹਿ ਨਿਰਮਲ ਕਥਾ। ਕਹਿੰਦੇ ਨੇ ਮਹਾਰਾਜ ਦੀ ਹਜ਼ੂਰੀ ਜਿਹੜੀ ਹੈ, ਸੰਤਾਂ ਮਹਾਂਪੁਰਖਾਂ ਦੀ ਸੰਗਤ ਹੈ, ਉੱਥੇ ਹਰ ਕੀ ਕਥਾ ਹੁੰਦੀ ਹੈ, ਨਿਰਮਲ ਕਥਾ ਹੁੰਦੀ। ਮੈਲ ਤੋਂ ਰਹਿਤ ਜੀਵਨ, ਅਕਾਲ ਪੁਰਖ ਦੇ ਜੀਵਨ ਦੀ ਵਿਚਾਰ ਕੀਤੀ ਜਾਂਦੀ, ਗੁਰੂਆਂ ਦੇ ਸਿੱਖਾਂ ਦੇ ਗੁਰਮੁਖਾਂ ਦੇ ਜੀਵਨ ਦੀ ਵਿਚਾਰ ਹੁੰਦੀ ਆ, ਗੁਰੂ ਕੀ ਬਾਣੀ ਦੀ ਵਿਚਾਰ ਉੱਥੇ ਹੋਇਆ ਕਰਦੀ ਆ। ਸਤਿਗੁਰੂ ਮਹਾਰਾਜ ਪਾਤਸ਼ਾਹ ਪਾਵਨ ਬਾਣੀ ਦੇ ਵਿੱਚ ਕਿਰਪਾ ਕਰਦੇ ਨੇ, ਸੁਣ ਹਰ ਕਥਾ ਉਤਾਰੀ ਮੈਲ। ਮਹਾਰਾਜ ਕਹਿੰਦੇ ਨੇ ਕਥਾ ਸੁਣਨ ਦੇ ਨਾਲ ਕੀ ਹੁੰਦਾ ਕਿ ਮੈਲ ਉਤਰਦੀ ਹੈ। ਹੁਣ ਦੇਖੋ ਜਦੋਂ ਕਥਾ ਹੁੰਦੀ ਹੈ, ਬੇਨਤੀ ਆ ਕਿ ਉਦੋਂ ਕਥਾ ਜ਼ਰੂਰ ਸੁਣਿਆ ਕਰੋ। ਕੀਰਤਨ ਹੁੰਦਾ, ਕੀਰਤਨ ਜ਼ਰੂਰ ਸੁਣਿਆ ਕਰੋ। ਜਿਹੜਾ ਅਸੀਂ ਆਪਣਾ ਨਿਯਮ ਬਣਾਇਆ ਨਾ ਕਿ ਅਸੀਂ ਪਾਠ ਕਰਨਾ ਗੁਰੂ ਘਰ ਜਾ ਕੇ, ਉਹ ਉਦੋਂ ਕਰਿਆ ਕਰੋ ਜਦੋਂ ਬਾਣੀ ਕਥਾ ਕੀਰਤਨ ਨਾ ਹੁੰਦਾ ਹੋਵੇ। ਉਦੋਂ ਬੈਠ ਕੇ ਆਰਾਮ ਨਾਲ ਕਰ ਲਿਆ। 2 ਸਬਜੈਕਟ ਕਈ ਵਾਰੀ ਸੋਚਿਆ ਕਿ ਬੱਚਾ ਇਕੱਠੇ ਪੜ੍ਹ ਲੈਂਦਾ ਹੋਵੇ। ਅੱਜ ਕੱਲ੍ਹ ਚਲੋ ਔਨਲਾਈਨ ਬੱਚਿਆਂ ਨੂੰ ਕੰਮ ਦੇਈ ਜਾਂਦੇ ਆ ਨਾ ਸਕੂਲਾਂ ਦੇ, ਤੇ ਬੱਚੇ ਨੂੰ ਕਹੋ ਜੀ ਅੰਗਰੇਜ਼ੀ ਤੇ ਪੰਜਾਬੀ ਇਕੱਠੀ ਇੱਕੇ ਵਾਰੀ ਪੜ੍ਹ ਲਓ, ਕਹੇਗਾ ਨਹੀਂ ਇੱਦਾਂ ਕਿਵੇਂ ਹੋਏਗਾ। ਕਹਿੰਦੇ ਵੱਖ-ਵੱਖ ਪੜ੍ਹਨੇ ਪੈਣੇ ਆ। 2 ਟੀਚਰ ਇਕੱਠੇ ਪੜ੍ਹਾਉਂਦੇ ਹੋਣ ਤੇ ਬੱਚੇ ਨੂੰ ਕੋਈ ਸਮਝ ਨਹੀਂ ਲੱਗਦੀ, ਉਹ ਕਹੇਗਾ ਜੀ ਇੱਕ ਕਲਾਸ ਲਾਵੇ ਫਿਰ ਪਤਾ ਲੱਗੇਗਾ। ਇਸ ਕਰਕੇ ਇੱਕ ਕਰਮ ਕਰਿਆ ਕਰੋ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਜਦੋਂ ਕਥਾ ਅਸੀਂ ਸੁਣਦੇ ਹਾਂ ਨਾ, ਤੇ ਕਥਾ ਸੁਣਨ ਦੇ ਨਾਲ ਮਹਾਰਾਜ ਕਹਿੰਦੇ ਨੇ ਸਭ ਤੋਂ ਉੱਤਮ ਹਰ ਕੀ ਕਥਾ ਨਾਮ ਸੁਣਤ
ਦਰਦ ਦੁੱਖ ਲੱਥਾ। ਮਹਾਰਾਜ ਇਹਦੇ ਵਿੱਚ ਕਈ ਉਦਾਹਰਨਾਂ ਦਿੰਦੇ ਹਨ। ਦੇਖੋ ਮਹਾਰਾਜ ਨੇ ਕਿੰਨਾ ਕੁਛ ਇੱਥੇ ਫਰਮਾਨ ਕੀਤਾ ਕਿ ਕੀ ਕੁਝ ਮਿਲਦਾ ਹੈ ਸੰਤ ਮੰਡਲ ਦੇ ਵਿੱਚ। ਸੋ ਇੱਕ ਸਮੇਂ ਦੇ ਵਿੱਚ ਇੱਕ ਕਰਮ ਜਦੋਂ ਕਰੀਦਾ ਨਾ ਉਹਦਾ ਲਾਭ ਪ੍ਰਾਪਤ ਹੁੰਦਾ ਹੈ। ਸੰਤ ਸੰਗ ਹਉਮੈ ਦੁੱਖ ਨੱਸਾ। ਮਹਾਰਾਜ ਕਹਿੰਦੇ ਨੇ ਸਤ ਸੰਗਤ ਕਰਨ ਵਾਲੇ ਦਾ ਫਿਰ ਹੰਕਾਰ ਨਹੀਂ ਉਹਦੇ ਅੰਦਰ ਰਹਿੰਦਾ। ਮਨ ਕਰਕੇ ਜੇ ਬੈਠੇ ਤਾਂ ਦੁੱਖ ਨੱਸ ਜਾਂਦਾ ਹੈ, ਹਉਮੈ ਦਾ ਦੁੱਖ ਨਾਸ਼ ਹੁੰਦਾ ਹੈ। ਸੰਤ ਮੰਡਲ ਕਾ ਨਹੀਂ ਵਿਨਾਸ਼। ਮਹਾਰਾਜ ਕਹਿੰਦੇ ਨੇ ਜਿਹੜੀ ਸਤ ਸੰਗਤ ਹੁੰਦੀ ਨਾ ਉਹ ਅਟਲ ਰਹਿੰਦੀ, ਕਦੀ ਬਿਨਸਦੀ ਨਹੀਂ ਆ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਇਕੱਲੇ ਇਸ ਲੋਕ ਦੇ ਗੁਰੂ ਨਹੀਂ ਆ। ਸਤਿਗੁਰੂ ਮਹਾਰਾਜ ਪਾਤਸ਼ਾਹ ਤੇ ਪਤਾ ਨਹੀਂ ਕਿੰਨੇ ਲੋਕਾਂ ਦੇ ਵਿੱਚ ਉਹਨਾਂ ਦੀ ਸੰਗਤ ਆ, ਕਿੰਨੇ ਲੋਕਾਂ ਦੇ ਵਿੱਚ ਜਿਹੜੇ ਉਹਨਾਂ ਨੂੰ ਜਪਣ ਵਾਲੇ ਬੈਠੇ ਨੇ, ਤੇ ਉਹ ਨਿਸ਼ਚਲ ਉਹਨਾਂ ਦਾ ਕਦੀ ਵਿਨਾਸ਼ ਨਹੀਂ ਹੁੰਦਾ। ਸਤ ਸੰਗਤ ਜਿਹੜੀ ਹੁੰਦੀ ਹੈ ਉਹਦਾ ਨਾਸ਼ ਕਦੀ ਨਹੀਂ ਹੁੰਦਾ। ਸੰਤ ਮੰਡਲ ਮਹਿ ਹਰ ਗੁਣ ਤਾਸ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਸਤ ਮੰਡਲ ਦੇ ਵਿੱਚ ਸੰਤਾਂ ਦੀ ਸੰਗਤ ਦੇ ਵਿੱਚ ਸਤਿਗੁਰੂ ਮਹਾਰਾਜ ਕਹਿੰਦੇ ਨੇ ਗੁਣ ਤਾਸ, ਗੁਣਾਂ ਦਾ ਖਜ਼ਾਨਾ ਪ੍ਰਾਪਤ ਹੁੰਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਸੰਤ ਮੰਡਲ ਠਾਕੁਰ ਵਿਸ਼ਰਾਮ। ਠਾਕੁਰ ਕਹਿੰਦੇ ਨੇ ਮਾਲਕ ਨੂੰ, ਅਕਾਲ ਪੁਰਖ ਵਾਹਿਗੁਰੂ ਨੂੰ। ਮਹਾਰਾਜ ਕਹਿੰਦੇ ਨੇ ਕਿ ਸੰਤ ਮੰਡਲ ਜਿੱਥੇ ਆ, ਜਿੱਥੇ ਗੁਰਮੁਖ ਪਿਆਰੇ ਨਾਮ ਜਪਣ ਵਾਲੇ ਬੈਠੇ ਆ ਨਾ, ਮਹਾਰਾਜ ਕਹਿੰਦੇ ਨੇ ਠਾਕੁਰ ਵਿਸ਼ਰਾਮ। ਉੱਥੇ ਕਹਿੰਦੇ ਰੱਬ ਵੀ ਬੈਠਾ ਹੋਇਆ ਹੈ। ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਤੁਸੀਂ ਜਿੱਥੇ ਬੈਠੇ ਹੋ ਨਾ, ਇੱਥੇ ਅਕਾਲ ਪੁਰਖ ਆਪ ਬੈਠੇ ਹੋਏ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇੱਥੇ ਬੈਠੇ ਹੋਏ ਨੇ। ਸਿਰਫ ਇਹ ਆ ਕਿ ਸਾਡੀ ਭਾਵਨਾ ਨਹੀਂ ਕਈ ਵਾਰੀ ਬਣਦੀ, ਅਸੀਂ ਕਹਿੰਦੇ ਨਹੀਂ ਜੀ ਆਏ ਆ ਤੇ ਚਲੇ ਚੱਲੇ, ਇੱਥੇ ਕੋਈ ਵੀ ਨਹੀਂ ਮਿਲਿਆ। ਸਤਿਗੁਰੂ ਮਹਾਰਾਜ ਜਿਸ ਵੀ ਥਾਂ ਤੇ ਗਏ ਆ ਨਾ ਜੀ, ਉੱਥੇ ਗੁਰੂ ਸਾਹਿਬ ਦੀਆਂ ਤਰੰਗਾਂ ਮੌਜੂਦ ਰਹਿੰਦੀਆਂ ਨੇ, ਜਾਂਦੀਆਂ ਨਹੀਂ। ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਜੀ ਦੇ ਬਾਰੇ ਬਾਣੀ ਦੇ ਪ੍ਰਮਾਣ ਪਾਤਸ਼ਾਹ ਰਾਮਦਾਸ ਸਤਿਗੁਰੂ ਕਾਵੇ, ਉੱਥੇ ਇਹ ਨਹੀਂ ਕਿਹਾ ਕਿ ਗੁਰੂ ਰਾਮਦਾਸ ਬੈਠੇ ਸੀ, ਕਹਿੰਦੇ ਨੇ